प्यारे विद्यार्थियों 8वीं जमात का पहला पाठ फसल उत्पादन और प्रबंधन उसका एक विषय आप पढ़ांगे खेती पद्धतियाँ। सब तो पहला खेती पद्धतियाँ किसनों कहा जाता है। ਵੱਖ-ਵੱਖ ਫਸਲਾਂ ਨੂੰ ਉਗਾਉਣ ਲਈ ਕਿਸਾਨ ਨੂੰ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਕਿਰਿਆਵਾਂ ਨੂੰ ਖੇਤੀ ਪੱਧਤੀਆਂ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੈ ਕਿ ਫਸਲਾਂ ਨੂੰ ਉਗਾਉਣ ਲਈ ਕਿਸਾਨ ਕੀ ਕਿਰਿਆਵਾਂ ਕਰਦੇ ਹਨ। ਸਭ ਤੋਂ ਪਹਿਲਾਂ ਕੀ ਕਰਦੇ ਹਨ, ਉਸ ਤੋਂ ਬਾਅਦ ਕੀ ਕਰਦੇ ਹਨ, ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਹੈ, ਬਾਅਦ ਵਾਲਾ ਕੀ ਹੁੰਦਾ ਹੈ, ਉਹ ਸਾਰੀਆਂ ਕਿਰਿਆਵਾਂ ਜਿਸ ਨਾਲ ਚੰਗੀ ਖੇਤੀ ਪੈਦਾ ਕੀਤੀ ਜਾਂਦੀ ਹੈ ਉਹਨਾਂ ਸਾਰੀਆਂ ਨੂੰ ਖੇਤੀ ਪੱਧਤੀਆਂ ਕਹਿੰਦੇ ਹਨ। ਆਪਾਂ ਦੇਖਦੇ ਹਾਂ ਮੁੱਖ ਖੇਤੀ ਪੱਧਤੀਆਂ ਕਿਹੜੀਆਂ-ਕਿਹੜੀਆਂ ਹਨ। ਮੋਟੇ ਤੌਰ 'ਤੇ ਇਹ 7 ਤਰ੍ਹਾਂ ਦੀਆਂ ਪੱਧਤੀਆਂ ਹਨ। 7 ਭਾਗਾਂ ਦੇ ਵਿੱਚ ਇਹਨਾਂ ਨੂੰ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਹੈ ਖੇਤ ਜਾਂ ਭੂਮੀ ਦੀ ਤਿਆਰੀ। ਕੋਈ ਵੀ ਫਸਲ ਬੀਜਣ ਤੋਂ ਪਹਿਲਾਂ ਬੀਜ ਬੀਜਣ ਤੋਂ ਪਹਿਲਾਂ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਖੇਤ ਜਾਂ ਭੂਮੀ ਦੀ ਤਿਆਰੀ ਕਰਨਾ, ਪ੍ਰੈਪਰੇਸ਼ਨ ਆਫ ਦੀ ਸੋਇਲ। ਉਸ ਤੋਂ ਬਾਅਦ ਹੈ ਬਿਜਾਈ, ਬੀਜਾਂ ਦੀ ਬਿਜਾਈ ਕਰਨਾ ਖੇਤ ਦੇ ਵਿੱਚ। ਬਿਜਾਈ ਕਰਨ ਤੋਂ ਬਾਅਦ ਜਿਵੇਂ ਕਿ ਆਪਾਂ ਨੂੰ ਭੋਜਨ ਦੇ ਵਿੱਚ ਪੋਸ਼ਕ ਤੱਤਾਂ ਦੀ ਲੋੜ ਹੈ, ਉਸੇ ਤਰ੍ਹਾਂ ਹੀ ਫਸਲ ਨੂੰ ਉਗਣ ਦੇ ਵਿੱਚ ਵੀ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਇਹ ਪੋਸ਼ਕ ਤੱਤ ਮਿੱਟੀ ਦੇ ਵਿੱਚ ਖਾਦ ਨਾਲ ਪੂਰੇ ਹੁੰਦੇ ਹਨ, ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰਸ। ਉਸ ਤੋਂ ਬਾਅਦ ਹੈ ਸਿੰਚਾਈ। ਜਿਵੇਂ ਕਿ ਆਪਾਂ ਨੂੰ ਪਤਾ ਹੈ ਫਸਲਾਂ ਨੂੰ ਪਾਣੀ ਦੀ ਵੀ ਲੋੜ ਹੁੰਦੀ ਹੈ। ਮੁੱਖ ਤੌਰ 'ਤੇ ਫਸਲਾਂ ਪਾਣੀ ਦੇ ਲਈ ਵਰਖਾ 'ਤੇ ਨਿਰਭਰ ਕਰਦੀਆਂ ਹਨ। ਜੇਕਰ ਲੋੜ ਪੈਣ 'ਤੇ ਵਰਖਾ ਨਾ ਹੋਵੇ ਤਾਂ ਸਿੰਚਾਈ ਕਰਨ ਦੀਆਂ ਕੁਝ ਤਕਨੀਕਾਂ ਕਿਸਾਨਾਂ ਦੁਆਰਾ ਵਰਤੀਆਂ ਜਾਂਦੀਆਂ ਹਨ ਤਾਂ ਕਿ ਫਸਲ ਨੂੰ ਪਾਣੀ ਮਿਲ ਸਕੇ। ਉਸ ਤੋਂ ਬਾਅਦ ਹੈ ਗੋਡੀ ਕਰਨਾ। ਗੋਡੀ ਤੋਂ ਭਾਵ ਹੈ ਕਿ ਜੋ ਅਣਚਾਹੇ ਨਦੀਨ ਫਸਲਾਂ ਦੇ ਵਿੱਚ ਉੱਗ ਜਾਂਦੇ ਹਨ ਉਹਨਾਂ ਨੂੰ ਬਾਹਰ ਕੱਢਣਾ। ਇਸ ਨੂੰ ਮਨੁੱਖੀ ਹੱਥਾਂ ਨਾਲ ਵੀ ਕੀਤਾ ਜਾਂਦਾ ਹੈ, ਇਸ ਲਈ ਕਈ ਔਜ਼ਾਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਦੋਂ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਫਿਰ ਖੇਤੀ ਪੱਧਤੀ ਆਉਂਦੀ ਹੈ ਵਾਢੀ, ਫਸਲ ਦੀ ਕਟਾਈ ਕਰਨਾ। ਅਤੇ ਉਸ ਤੋਂ ਬਾਅਦ ਹੈ ਭੰਡਾਰਨ। ਫਸਲ ਨੂੰ ਕੱਟੀ ਹੋਈ ਫਸਲ ਨੂੰ ਦਾਣਿਆਂ ਨੂੰ ਕਿਸ ਤਰ੍ਹਾਂ ਵੱਖ ਕਰਕੇ ਉਹਨਾਂ ਨੂੰ ਸਟੋਰ ਕਰਕੇ ਭੰਡਾਰਨ ਕਰਕੇ ਰੱਖਿਆ ਜਾਵੇ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਖੇਤੀ ਦੀ ਤਿਆਰੀ ਜਾਂ ਭੂਮੀ ਦੀ ਤਿਆਰੀ। ਮਿੱਟੀ ਨੂੰ ਉਲਟਾਉਣ ਪੁਲਟਾਉਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਹਲ ਵਾਹੁਣਾ ਕਿਹਾ ਜਾਂਦਾ ਹੈ। ਯਾਨੀ ਕਿ ਮਿੱਟੀ ਦੀ ਉੱਪਰ ਵਾਲੀ ਪਰਤ ਹੇਠਾਂ ਚਲੀ ਜਾਵੇ ਅਤੇ ਹੇਠਾਂ ਵਾਲੀ ਪਰਤ ਉੱਪਰ ਆ ਜਾਵੇ ਅਤੇ ਜੋ ਸਖਤ ਮਿੱਟੀ ਹੈ ਇਸ ਪ੍ਰਕਿਰਿਆ ਨਾਲ ਉਹ ਪੋਲੀ ਹੋ ਜਾਂਦੀ ਹੈ, ਜਿਸ ਨੂੰ ਖੇਤ ਦੀ ਤਿਆਰੀ ਕਿਹਾ ਜਾਂਦਾ ਹੈ। ਮਿੱਟੀ ਨੂੰ ਪੋਲਾ ਕਰਨਾ ਕਿਉਂ ਜ਼ਰੂਰੀ ਹੈ ਜਾਂ ਇਹ ਪੱਧਤੀ ਕਿਉਂ ਕੀਤੀ ਜਾਂਦੀ ਹੈ, ਉਸ ਦੇ ਕੁਝ ਫਾਇਦੇ ਹਨ। ਜਦੋਂ ਮਿੱਟੀ ਪੋਲੀ ਹੋ ਜਾਂਦੀ ਹੈ ਤਾਂ ਉਸ ਮਿੱਟੀ ਵਿੱਚ ਪੌਦਿਆਂ ਦੀਆਂ ਜੜ੍ਹਾਂ ਬੜੀ ਆਸਾਨੀ ਦੇ ਨਾਲ ਮਿੱਟੀ ਦੇ ਅੰਦਰ ਧੱਸ ਜਾਂਦੀਆਂ ਹਨ ਅਤੇ ਜੜ੍ਹਾਂ ਆਸਾਨੀ ਦੇ ਨਾਲ ਸਾਹ ਵੀ ਲੈ ਸਕਦੀਆਂ ਹਨ, ਕਿਉਂਕਿ ਮਿੱਟੀ ਦੇ ਕਣਾਂ ਦੇ ਵਿੱਚ ਕੁਝ ਖਾਲੀ ਕਣ ਹੁੰਦੇ ਹਨ ਜਿਨ੍ਹਾਂ ਰਾਹੀਂ ਉਹਨਾਂ ਖਾਲੀ ਜਗ੍ਹਾ ਦੇ ਰਾਹੀਂ ਪੌਦੇ ਹਵਾ ਲੈਂਦੇ ਹਨ ਅਤੇ ਪਾਣੀ ਲੈਂਦੇ ਹਨ। ਜਦੋਂ ਮਿੱਟੀ ਪੋਲੀ ਹੋ ਜਾਂਦੀ ਹੈ ਤਾਂ ਇਹ ਖਾਲੀ ਜਗ੍ਹਾ ਵੱਧ ਜਾਂਦੀ ਹੈ ਅਤੇ ਜਿਸ ਰਾਹੀਂ ਜੜ੍ਹਾਂ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ। ਗੰਡੋਏ ਅਤੇ ਕੁਝ ਸੂਖਮ ਜੀਵ ਜੋ ਕਿ ਮਿੱਟੀ ਦੇ ਲਈ ਬਹੁਤ ਜ਼ਰੂਰੀ ਹਨ, ਫਸਲਾਂ ਨੂੰ ਉਗਾਉਣ ਦੇ ਲਈ ਬਹੁਤ ਜ਼ਰੂਰੀ ਹਨ, ਜਿਨ੍ਹਾਂ ਨੂੰ ਕਿਸਾਨਾਂ ਦਾ ਮਿੱਤਰ ਕਿਹਾ ਜਾਂਦਾ ਹੈ, ਫਾਰਮਰਸ ਫਰੈਂਡ, ਉਹ ਵੀ ਇਸ ਪੋਲੀ ਮਿੱਟੀ ਦੇ ਵਿੱਚ ਆਸਾਨੀ ਨਾਲ ਵੱਧ ਫੁੱਲ ਸਕਦੇ ਹਨ। ਉਹਨਾਂ ਨੂੰ ਵਧਣ ਫੁੱਲਣ ਦੇ ਵਿੱਚ ਮਦਦ ਮਿਲਦੀ ਹੈ ਅਤੇ ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉੱਪਰ ਵਾਲੀ ਮਿੱਟੀ ਉੱਪਰ ਫਸਲ ਉਗਾਈ ਜਾ ਚੁੱਕੀ ਹੁੰਦੀ ਹੈ ਅਤੇ ਉਸ ਵਿਚਲੇ ਜੋ ਪੋਸ਼ਕ ਤੱਤ ਹਨ ਉਹਨਾਂ ਨੂੰ ਉਹ ਫਸਲ ਵਰਤ ਲੈਂਦੀ ਹੈ ਅਤੇ ਹੇਠਲੀ ਮਿੱਟੀ ਜੋ ਹੈ ਉਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜਦੋਂ ਉਲਟਾਉਣ ਪੁਲਟਾਉਣ ਨਾਲ ਹੇਠਲੀ ਪਰਤ ਉੱਪਰ ਆ ਜਾਂਦੀ ਹੈ ਤਾਂ ਉਸ ਵਿੱਚ ਮੌਜੂਦ ਪੋਸ਼ਕ ਤੱਤਾਂ ਨੂੰ ਵਰਤਿਆ ਜਾ ਸਕਦਾ ਹੈ ਅਤੇ ਮਿੱਟੀ ਨੂੰ ਪੱਧਰਾ ਕਰਨ ਦੇ ਲਈ ਜਿਸ ਔਜ਼ਾਰ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਸੁਹਾਗਾ ਕਿਹਾ ਜਾਂਦਾ ਹੈ ਜਾਂ ਫਿਰ ਲੈਵਲਰ। ਮਿੱਟੀ ਨੂੰ ਉਲਟਾਉਣ ਪੁਲਟਾਉਣ ਤੋਂ ਬਾਅਦ ਪੋਲੀ ਕਰਨ ਤੋਂ ਬਾਅਦ ਸੁਹਾਗੇ ਦੇ ਨਾਲ ਉਸ ਨੂੰ ਪੱਧਰਾ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭੂਮੀ ਜੋ ਹੈ ਉਹ ਤਿਆਰ ਹੋ ਚੁੱਕੀ ਹੁੰਦੀ ਹੈ ਆਪਣੀ ਦੂਜੀ ਪੱਧਤੀ ਦੇ ਲਈ, ਯਾਨੀ ਕਿ ਬਿਜਾਈ ਦੇ ਲਈ।